ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਚੇਤਨਾ ਸਥਾਨ ਦੇ ਸਾਰੇ ਗੁਰਮੁਖ ਵਿਦਵਾਨਾਂ ਨੂੰ ਦਾਸ ਮਨਜੀਤ ਸਿੰਘ ਦੀ ਗੁਰਫਤਿਹ ਪ੍ਰਵਾਨ ਹੋਵੇ ਜੀ। ਸੋ ਪਿਆਰਿਓ, ਆਓ ਸ੍ਰੀ ਆਸਾ ਜੀ ਦੀ ਵਾਰ ਦੀ 16ਵੀਂ ਪੌੜੀ, ਜਿਸ ਦੀ ਵਿਚਾਰ ਦਾਸ ਆਪ ਸਮੂਹ ਵਿੱਚ ਵਿਦਵਾਨਾਂ ਦੇ ਨਾਲ, ਸੰਗਤਾਂ ਦੇ ਨਾਲ ਪਾਉਣ ਲੱਗੇ ਹੈ। ਸੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਹ 16ਵੀਂ ਪੌੜੀ ਹੈ। ਆਓ ਵਿਚਾਰ ਨਾਲ ਜੁੜਨਾ ਕਰੀਏ ਜੀ। ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੀ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦੁਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਨ ਭਿਖ ਨ ਪਾਏਂਦਾ, ਦਰ ਮੰਗਨ ਭਿਖ ਨ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪੌੜੀ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਪਸ਼ੂ ਹੈ ਤੇ ਭਾਵੇਂ ਕੋਈ ਪੰਛੀ ਹੈ, ਭਾਵੇਂ ਕੋਈ ਜੀਵ ਤੋਂ ਬਿਨਾਂ ਬਨਸਪਤੀ ਦਾ ਜਾਂ ਤੱਤਾਂ ਦੇ ਵਿਸ਼ੇ ਵਿੱਚ ਗੁਰਮਤਿ ਨੇ ਸਿਧਾਂਤ ਪੇਸ਼ ਕੀਤਾ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਪੂਰਨ ਰੂਪ ਵਿੱਚ ਵਿਆਪਕ ਹੈ। ਉਸ ਦਾ ਜਲਵਾ, ਉਸ ਦੀ ਵਿਆਪਕਤਾ, ਉਸ ਦੀ ਹਸਤੀ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪਰ ਉਸ ਦੀ ਸਮਝ ਕੇਵਲ ਮਨੁੱਖਾ ਜਾਤੀ ਦੇ ਵਿੱਚ ਹੀ, ਸਰੀਰ ਦੇ ਵਿੱਚ ਹੀ ਆ ਕੇ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਹੋਰ ਜੀਵਾਂ ਨੂੰ ਨਹੀਂ। ਅੱਗੋਂ ਮਹਾਰਾਜ ਪਾਤਸ਼ਾਹ ਜੀ ਮਨੁੱਖਾ ਜੀਵਨ ਦੀ ਵੀ ਸ਼ੈਲੀ ਬਿਆਨ ਕਰਦੇ ਨੇ। ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ। ਸੱਚ ਨੂੰ ਪਾਉਣਾ ਹੈ, ਸੱਚ ਨੂੰ ਜਾਣਨਾ ਹੈ, ਉਸ ਦੀਆਂ ਬਰਕਤਾਂ ਦੀ ਵਿਆਪਕਤਾ ਨੂੰ ਮੰਨਣਾ ਹੈ, ਤੇ ਪਹਿਲਾਂ ਮਨ ਦੀ ਪਵਿੱਤਰਤਾ ਚਾਹੀਦੀ ਹੈ। ਮਨ ਦੀ ਪਵਿੱਤਰਤਾ ਨਾਲ ਹੀ ਪਰਮਾਤਮਾ ਦੀ ਵਿਆਪਕਤਾ ਦਾ ਇਹ ਸਾਰ ਸਮਝ ਵਿੱਚ ਆਉਂਦਾ ਹੈ ਕਿ ਉਸ ਵਾਹਿਗੁਰੂ ਪਰਮਾਤਮਾ ਨੇ ਸਭ ਨੂੰ ਆਪਣੀ ਦ੍ਰਿਸ਼ਟੀ ਦੇ ਵਿੱਚ ਵਿਆਪਕਤਾ ਦੇ ਰੂਪ ਵਿੱਚ ਉਹ ਵਾਚਦਾ, ਉਹ ਜਾਣਦਾ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਭ ਕਿਛ ਸੁਣਦਾ ਵੇਖਦਾ, ਕਿਉਂ ਮੁੱਕਰ ਪਾਇਆ ਜਾਏ।
ਉਹ ਮਨੁੱਖ ਦੇ ਚੰਗੇ ਮੰਦੇ ਕਰਮਾਂ ਨੂੰ ਦੇਖਦਾ ਹੈ। ਤੇ ਮਨੁੱਖ ਜੇ ਆਖੇ ਕਿ ਮੈਂ ਮੰਦੇ ਕਰਮ ਜਾਂ ਉਸ ਤੋਂ ਛੁਪਾ ਕੇ ਕੀਤੇ ਹੋਏ ਸਮਾਜ ਤੋਂ ਕਰਮ ਪਰਮਾਤਮਾ ਕੋਲੋਂ ਵੀ ਛੁਪਾ ਲਵਾਂ ਤਾਂ ਨਹੀਂ ਛੁਪਾਏ ਜਾ ਸਕਦੇ, ਕਿਉਂਕਿ ਗੁਰੂ ਅਰਜਨ ਦੇਵ ਕਹਿੰਦੇ ਨੇ, ਲੂਕ ਕਮਾਵੇਂ ਕਿਸਤੇ ਜਾਂ ਵੇਖੇ ਸਦਾ ਹਦੂਰ। ਜਦੋਂ ਵਿਆਪਕ ਹੈ, ਨੇਤਰਾਂ ਦੀ ਦ੍ਰਿਸ਼ਟੀ ਦਾ ਸਰੋਤ ਬਣ ਕੇ ਦੇਖਣ ਵਾਲਾ, ਕੰਨਾਂ ਦਾ ਸਰੋਤ ਬਣ ਕੇ ਸੁਣਨ ਵਾਲਾ ਹੈ, ਫਿਰ ਉਸ ਤੋਂ ਕਿਸੇ ਗੱਲੋਂ ਵੀ ਮੁੱਕਰਿਆ ਨਹੀਂ ਜਾ ਸਕਦਾ। ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ, ਜੋ ਕੀਚੇ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਇਸ ਵਾਸਤੇ ਉਹ ਪਰਮਾਤਮਾ ਹਰੇਕ ਦੀ ਦਿਲ ਦੀ ਜਾਣਨ ਵਾਲਾ ਹੈ, ਤੇ ਉਸ ਦੇ ਕੋਲੋਂ ਜੀਵਨ ਦਾ ਕੋਈ ਵੀ ਭੇਦ ਛੁਪਾਇਆ ਨਹੀਂ ਜਾ ਸਕਦਾ। ਉਹ ਕਿਸੇ ਫਕੀਰ ਨੂੰ ਬਾਦਸ਼ਾਹ ਬਣਾ ਦਿੰਦਾ ਹੈ, ਤੇ ਕਿਸੇ ਬਾਦਸ਼ਾਹ ਨੂੰ ਅਜਿਹਾ ਬੇਬਸ ਕੰਗਾਲ ਬਣਾ ਦਿੰਦਾ ਹੈ ਕਿ ਜੇ ਕੋਈ ਉਸਨੂੰ ਭਿੱਖਿਆ ਵੀ ਮੰਗਣੀ ਚਾਹੇ ਤੇ ਦਰ ਤੇ ਮੰਗਤੇ ਨੂੰ ਭਿੱਖਿਆ ਵੀ ਨਹੀਂ ਦਿੰਦਾ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇਹ ਪੌੜੀ ਦਾ ਸਿਧਾਂਤ ਹੈ। ਮਹਾਰਾਜ ਕਹਿੰਦੇ ਨੇ, ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਸਾਹਿਬ ਕਹਿੰਦੇ ਨੇ ਕਿ ਉਹ ਵਾਹਿਗੁਰੂ, ਉਹ ਪਰਮਾਤਮਾ ਹਰ ਇੱਕ ਮਨੁੱਖ ਨੂੰ, ਜੀਵ ਨੂੰ ਆਪਣੇ ਧਿਆਨ ਵਿੱਚ ਰੱਖਦਾ, ਅਤੇ ਹਰੇਕ ਜੀਵ ਨੂੰ ਆਪਣੀ ਨਜ਼ਰ ਦੇ ਹੇਠ ਰੱਖ ਕੇ ਤੇ ਜੀਵਨ ਦੀ ਕਾਰ ਵਿੱਚ ਲਾਈ ਰੱਖਦਾ। ਇਸ ਲਈ ਸਾਹਿਬ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦੇ ਕੋਲੋਂ ਕੁਛ ਛੁਪਾਇਆ, ਕੁਝ ਲੁਕਾਇਆ ਨਹੀਂ ਜਾ ਸਕਦਾ। ਲੋਕ ਕਮਾਨੋ ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਨੀ। ਤਾਂ ਸਾਹਿਬ ਕਹਿੰਦੇ, ਆਪ ਕਮਾਨੇ ਕੌਲੇ ਬਾਂਧੇ, ਫਿਰ ਪਾਛੇ ਪਛਤਾਨੀ, ਪ੍ਰਭ ਮੇਰੀ ਸਭ ਦੇ ਅੱਗੇ ਜਾਨੀ। ਉਹ ਵਾਹਿਗੁਰੂ ਪਰਮਾਤਮਾ ਹਰ ਥਾਂ ਤੇ ਜੀਵਾਂ ਦੇ ਕਰਮਾਂ ਨੂੰ ਦੇਖਣ ਵਾਲਾ। ਇਸ ਲਈ ਸਾਹਿਬ ਕਹਿੰਦੇ, ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਪਰਮਾਤਮਾ ਵਾਹਿਗੁਰੂ ਹਰ ਜੀਵ ਨੂੰ ਆਪਣੇ ਧਿਆਨ ਵਿੱਚ ਰੱਖਦਾ, ਦ੍ਰਿਸ਼ਟੀ ਵਿੱਚ ਰੱਖਦਾ, ਅਤੇ ਹਰੇਕ ਨੂੰ ਆਪਣੀ ਨਜ਼ਰ ਵਿੱਚ ਰੱਖ ਕੇ ਜੀਵਨ ਦੇ ਕਾਰ ਵਿਹਾਰ ਵਿੱਚ ਜੋੜੀ ਰੱਖਦਾ। ਇੰਝ ਇਹ ਜਗਤ ਨੂੰ ਚਲਾਉਂਦਾ ਹੈ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਪ੍ਰਭੂ ਆਪ ਹੀ ਜੀਵਾਂ ਨੂੰ ਗੁਣ ਬਖਸ਼ਣ ਵਾਲਾ, ਵਡਿਆਈਆਂ ਬਖਸ਼ਦਾ, ਤੇ ਆਪ ਹੀ ਉਹਨਾਂ ਦੇ ਪਾਸੋਂ ਕਰਮ ਕਰਵਾਉਣ ਵਾਲਾ ਹੈ। ਵੱਡੋ ਵੱਡਾ ਮਦ ਮੇਦਨੀ, ਵੱਡੋ ਵੱਡਾ ਵੱਡ ਮੇਦਨੀ, ਸਿਰੈ ਤਰ ਧੰਦੇ ਲਾਏਂਦਾ। ਪ੍ਰਭੂ ਵੱਡਿਆਂ ਤੋਂ ਵੱਡਾ ਹੈ, ਮਹਾਨ ਹੈ, ਵਿਸ਼ਾਲ ਹੈ, ਭਾਵ ਕਿ ਉਹ ਸਾਰਿਆਂ ਤੋਂ ਵੱਡਾ ਹੈ। ਉਸ ਦੀ ਰਚੀ ਹੋਈ ਸ੍ਰਿਸ਼ਟੀ ਵੀ ਬੇਅੰਤ ਹੈ। ਇਤਨੀ ਬੇਅੰਤ ਹੈ ਸ੍ਰਿਸ਼ਟੀ ਦੇ ਹੁੰਦਿਆਂ ਹਰੇਕ ਜੀਵ ਨੂੰ ਪ੍ਰਭੂ ਆਪੋ ਆਪਣੇ ਥਾਂ ਤੇ ਕਰਮਾਂ ਦੇ ਅਨੁਸਾਰ ਧੰਦਿਆਂ ਵਿੱਚ ਜੋੜੀ ਰੱਖਦਾ। ਨਦਰ ਉਪੱਠੀ ਜੇ ਕਰੇ, ਸੁਲਤਾਨਾ ਘਾਉ ਕਰਾਏਂਦਾ। ਤਾਂ ਸਾਹਿਬ ਕਹਿੰਦੇ ਨੇ
ਵੱਡੋ ਵੱਡਾ ਮਦ ਵੱਡ ਮੇਦਨੀ, ਸਿਰੇ ਸਿਰ ਧੁੰਦੇ ਲਾਏ ਦਾ ਪ੍ਰਭ ਵੱਡਿਆਂ ਤੋਂ ਵੱਡਾ ਹੈ, ਸੇ ਸਭ ਤੋਂ ਵੱਡਾ ਹੈ। ਉਸ ਦੀ ਰਚੀ ਹੋਈ ਸ੍ਰਿਸ਼ਟੀ ਵੀ ਬੇਅੰਤ ਹੈ, ਇਤਨੀ ਬੇਅੰਤ ਕਿ ਸ੍ਰਿਸ਼ਟੀ ਦੇ ਹੁੰਦਿਆਂ ਹਰੇਕ ਜੀਵ ਨੂੰ ਪ੍ਰਭੂ ਥਾਉ ਥਾਈਂ ਧੰਦਿਆਂ ਵਿੱਚ ਜੋੜੀ ਰੱਖਦਾ ਹੈ। ਇਸ ਲਈ ਸਾਹਿਬ ਕਹਿੰਦੇ ਨੇ, ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ, ਜੋ ਕੁਛ ਕਰੇ ਸੋਈ ਸੋ ਜਾਣੇ, ਰਹੇ ਨਾ ਕਛੁ ਏਸ਼ਾਨੀ। ਹੇ ਮੂਰਖ ਮਨੁੱਖ, ਉਹ ਵਾਹਿਗੁਰੂ ਪਰਮਾਤਮਾ ਤੇ ਤੈਨੂੰ ਹਰੇਕ ਥਾਂ ਤੇ ਦੇਖ ਰਿਹਾ ਹੈ, ਤੇ ਜੇ ਤੂੰ ਉਹਦੇ ਕੋਲੋਂ ਕੁਝ ਛੁਪਾਉਣ ਦੀ ਕੋਸ਼ਿਸ਼ ਕਰੇ ਤੇ ਛੁਪਾਇਆ ਵੀ ਨਹੀਂ ਜਾ ਸਕਦਾ। ਇਸ ਵਾਸਤੇ ਉਹ ਪਰਮਾਤਮਾ ਸਭ ਤੋਂ ਵੱਡਾ ਹੈ। ਹਰੇਕ ਦੇ ਦਿਲ ਤੇ ਸਰ ਤੇ ਉਹ ਖਸਮ ਹੈ, ਚਾਹੇ ਕੋਈ ਅਮੀਰ ਹੋਵੇ ਤੇ ਚਾਹੇ ਕੋਈ ਗਰੀਬ ਹੋਵੇ। ਇਸ ਲਈ ਸਾਹਿਬ ਕਹਿੰਦੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਾਹਦਾ। ਜੇ ਕਦੀ ਦੁਨੀਆ ਦੇ ਪਾਤਸ਼ਾਹ ਦੇ ਉੱਤੇ ਵਾਹਿਗੁਰੂ ਪਰਮਾਤਮਾ ਗੁੱਸੇ ਦੀ ਨਜ਼ਰ ਨਾਲ ਦੇਖੇ ਜਾਂ ਨਜ਼ਰ ਕਰੇ ਤੇ ਉਹਨਾਂ ਸ਼ਾਹਾਂ ਨੂੰ ਕੱਖੋਂ ਹੌਲੇ ਕਰ ਦਿੰਦਾ, ਉਹਨਾਂ ਦੇ ਹੱਥ ਵਿੱਚ ਠੂਠੇ ਫੜਵਾ ਦਿੰਦਾ, ਫਕੀਰਾਂ ਨੂੰ ਤਾਜ ਬਖਸ਼ ਦਿੰਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਦਸਤਗੀਰ ਨੇ ਪੁੱਛਿਆ ਸੀ ਕਿ ਖੁਦਾ ਕਰਦਾ ਕੀ ਹੈ। ਸਵਾਲ ਤੇ ਬਹੁਤ ਸਨ ਉਹਦੇ, ਪਰ ਇਸ ਵਿਸ਼ੇ ਨਾਲ ਸੰਬੰਧਿਤ ਦਸਤਗੀਰ ਪੀਰ ਕਹਿਣ ਲੱਗਾ ਕਿ ਮਹਾਰਾਜ ਖੁਦਾ ਕਰਦਾ ਕੀ ਹੈ। ਤੇ ਦਸਤਗੀਰ ਪੀਰ ਉਸ ਸਮੇਂ ਆਪਣੇ ਧਾਰਮਿਕ ਤਖਤ ਦੇ ਉੱਤੇ ਬੈਠਾ ਹੋਇਆ ਸੀ। ਬਗਦਾਦ ਦਾ ਦਸਤਗੀਰ ਖਲੀਫਾ ਵੀ ਸੀ ਤੇ ਰਾਜਨੀਤਿਕ ਆਗੂ ਵੀ ਸੀ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਦਸਤਗੀਰ, ਜਿਹੜਾ ਸਵਾਲੀ ਹੁੰਦਾ ਹੈ ਉੱਚੇ ਤਖਤ 'ਤੇ ਬੈਠ ਕੇ ਸਵਾਲ ਨਹੀਂ ਕਰ ਸਕਦਾ। ਸਵਾਲੀ ਨੂੰ ਤਖਤ ਤੋਂ ਥੱਲੇ ਉਤਰ ਕੇ ਸਵਾਲ ਕਰਨਾ ਚਾਹੀਦਾ। ਪੀਰ ਦਸਤਗੀਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਖਲੋ ਗਿਆ, ਤਖਤ ਤੋਂ ਉਤਰਿਆ ਤੇ ਸਤਿਗੁਰੂ ਜੀ ਬੜੀ ਫੁਰਤੀ ਨਾਲ ਉਸ ਤਖਤ 'ਤੇ ਜਾ ਕੇ ਆਪ ਬੈਠ ਗਏ। ਮਹਾਰਾਜ ਕਹਿਣ ਲੱਗੇ, ਹੁਣ ਪੁੱਛੋ। ਕਿਉਂਕਿ ਹਮੇਸ਼ਾ ਜਿਹੜਾ ਸਵਾਲੀ ਹੁੰਦਾ ਉਹ ਨੀਵੇਂ ਥਾਂ 'ਤੇ ਉੱਤਰ ਦੇਣ ਵਾਲਾ ਵਿਦਵਾਨ ਉੱਚੀ ਥਾਂ 'ਤੇ ਬੈਠਦਾ ਹੈ। ਤੁਹਾਡਾ ਸਵਾਲ ਹੈ ਕਿ ਖੁਦਾ ਕਰਦਾ ਕੀ ਹੈ। ਮਹਾਰਾਜ ਆਖਣ ਲੱਗੇ, ਪੀਰ ਦਸਤਗੀਰ, ਖੁਦਾ ਬਸ ਇਹੀ ਕੁਛ ਕਰਦਾ ਹੈ ਕਿ ਸੱਚ ਨੂੰ ਉਹ ਤਖਤ ਉੱਤੇ ਬਿਠਾ ਦਿੰਦਾ ਹੈ ਤੇ ਝੂਠ ਨੂੰ ਤਖਤ ਤੋਂ ਲਾਹ ਕੇ ਦਰ ਦਰ ਲਈ ਭਿੱਖਿਆ ਮੰਗਣ ਲਈ ਮਜਬੂਰ ਕਰ ਦਿੰਦਾ। ਬਸ ਖੁਦਾ ਇਹੀ ਕਰਦਾ ਹੈ ਕਿ ਤੇਰੇ ਵਰਗੇ ਬਾਦਸ਼ਾਹ ਨੂੰ ਤਖਤ ਤੋਂ ਲਾਹ ਕੇ ਮੇਰੇ ਵਰਗੇ ਫਕੀਰ ਨੂੰ ਤਖਤ 'ਤੇ ਬਿਠਾ ਦਿੰਦਾ ਹੈ। ਬਸ ਜਿਸ ਦੀ ਨੇਕ ਨੀਤੀ ਕੰਮ ਕਰਦੀ ਹੈ ਉਹੀ ਤਖਤਾਂ ਦਾ ਮਾਲਕ ਬਣਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਇਸ ਲਈ ਸਾਹਿਬ ਨੇ ਮਾਝ ਦੀ ਵਾਰ ਵਿੱਚ ਵੀ ਜ਼ਿਕਰ ਕੀਤਾ ਕਿ ਸ਼ੀਹਾਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ। ਉਹ ਪਰਮਾਤਮਾ ਸ਼ੇਰਾਂ ਨੂੰ ਘਾਹ ਤੇ ਬਾਜਾਂ ਨੂੰ, ਸ਼ੀਹਾਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਘਾਹ। ਸ਼ੇਰਾਂ ਨੂੰ, ਬਾਜਾਂ ਨੂੰ, ਚਰਗਿਆਂ ਨੂੰ ਤੇ ਬਾਜਾਂ ਦੀਆਂ ਮਦੀਨ ਕੂਹੀਆਂ ਨੂੰ, ਜਿਹੜੇ ਮਾਸਾਹਾਰੀ ਜੀਵ ਨੇ ਉਹਨਾਂ ਨੂੰ ਘਾਹ ਖਾਣ 'ਤੇ ਲਾ ਸਕਦਾ ਹੈ ਤੇ ਜਿਹੜੇ ਘਾਹ ਖਾਣ ਵਾਲੇ ਨੇ ਉਹਨਾਂ ਨੂੰ ਮਾਸ ਖਾਣ ਲਈ ਮਜਬੂਰ ਕਰ ਸਕਦਾ।
ਨਦੀਆਂ ਦੇ ਵਿੱਚ ਉਹ ਪਹਾੜਾਂ ਵਰਗੇ ਟਿੱਬੇ ਦਿਖਾਲ ਸਕਦਾ ਹੈ ਅਤੇ ਟਿੱਬਿਆਂ ਨੂੰ ਉਹ ਨਦੀਆਂ ਦੇ ਵਹਿਣ ਬਣਾ ਸਕਦਾ ਹੈ। ਕਿਸੇ ਗਰੀਬ ਕੀੜੇ ਮਾਤਰ ਪਾਇਆਂ ਵਾਲੇ ਮਨੁੱਖ ਨੂੰ ਤਖਤ ਦੀ ਪਾਤਸ਼ਾਹੀ ਬਖਸ਼ ਦਿੰਦਾ ਹੈ ਅਤੇ ਕਿਸੇ ਪਾਤਸ਼ਾਹ ਨੂੰ ਉਹ ਮਿੱਟੀ ਦੇ ਵਿੱਚ ਮਿਲਾਉਣਾ ਜਾਣਦਾ ਹੈ। ਪੀਰ ਦਸਤਗੀਰ ਉਹ ਮੇਰਾ ਮਾਲਕ ਵਾਹਿਗੁਰੂ ਪਰਮਾਤਮਾ ਸਾਰੀਆਂ ਥਾਵਾਂ 'ਤੇ ਵਿਆਪਕ ਹੈ ਅਤੇ ਉਹਦਾ ਇਹੀ ਕਰਮ ਹੈ, ਇਹੀ ਕੁਛ ਕਰਦਾ। ਮੇਰੇ ਵਰਗੇ ਫਕੀਰ ਨੂੰ ਤਖਤ ਬਖਸ਼ ਦਿੰਦਾ ਹੈ ਅਤੇ ਤੇਰੇ ਵਰਗੇ ਪਾਤਸ਼ਾਹ ਨੂੰ ਤਖਤ ਤੋਂ ਲਾ ਕੇ ਇੱਕ ਸਵਾਲੀ ਬਣਾ ਕੇ ਰੱਖ ਦਿੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਵੀ ਕਹਿੰਦੇ, ਖਿਨ ਮੈਂ ਥਾਪ ਥਾਪਨ ਹਾਰਾ ਕੀਮਤ ਜਾਇ ਨਾ ਕਰੀ, ਰਾਜਾ ਰੰਕ ਕਰੇ ਖਿਨ ਭੀਤਰ ਨੀਚੋਂ ਜੋ ਧਈ, ਧਿਆਈਏ ਆਪਣੋ ਸਦਾ ਹਰੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਭਾਈ ਇਸ ਲਈ ਉਸ ਮਾਲਕ ਪਰਮਾਤਮਾ ਨੂੰ ਸਦਾ ਯਾਦ ਕਰਨਾ ਚਾਹੀਦਾ, ਸਿਮਰਨਾ ਚਾਹੀਦਾ ਹੈ। ਛਿਨ ਮੈਂ ਰਾਉ ਰੰਗ ਕੋ ਕਾਰੀ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸੁਖਨਾਵੇ, ਯਹ ਤਾਂ ਕੋ ਵਿਵਹਾਰੇ। ਉਸ ਪਰਮਾਤਮਾ ਕੇ ਖਾਲੀ ਭਰ ਦਿੰਦਾ ਅਤੇ ਭਰਿਆਂ ਨੂੰ ਉਹ ਖਾਲੀ ਕਰ ਦੇਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਸਾਹਿਬ ਕਹਿੰਦੇ ਨੇ ਕਿ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਖਿਨ ਮਹਿ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇਂਦਾ, ਦਰ ਮੰਗਨ ਭਿੱਖ ਨਾ ਪਾਏਂਦਾ। ਭਾਵ ਕਿ ਜੇ ਉਹ ਲੋਕਾਂ ਦੇ ਦਰ 'ਤੇ ਜਾ ਕੇ ਸਵਾਲੀ ਬਣ ਕੇ ਸਵਾਲ ਪਾਵੇ ਤਾਂ ਕੋਈ ਅੱਗੋਂ ਖੈਰ ਵੀ ਨਹੀਂ ਪਾਉਂਦਾ। ਅਜਿਹੀ ਹਾਲਤ ਉਹ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਜਾਣ ਵਾਲੇ ਦੀ ਹੋ ਜਾਂਦੀ ਹੈ। ਉਹਦੇ ਹੁਕਮ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ। ਉਹਦੇ ਹੁਕਮ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ। ਇਸ ਲਈ ਸਾਹਿਬ ਕਹਿੰਦੇ ਉਹਦੇ ਹੁਕਮ ਦੇ ਨਾਲ ਹੀ ਜੀਵ ਜਗਤ ਵਿੱਚ ਆਉਂਦਾ ਹੈ ਅਤੇ ਹੁਕਮ ਦੇ ਨਾਲ ਹੀ ਜਗਤ ਵਿੱਚੋਂ ਤੁਰ ਜਾਂਦਾ ਹੈ। ਹੁਕਮ ਹੈ ਜਗ ਮੈਂ ਆਇਆ, ਚੱਲਣ ਹੁਕਮ ਸੰਜੋਗ ਜੀਓ, ਹੁਕਮੈ ਪ੍ਰਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ। ਇਸ ਲਈ ਸਾਹਿਬ ਕਹਿੰਦੇ ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਸੰਸਾਰੀ ਹੁਕਮੇ ਭਗਤਾ, ਹੁਕਮੇ ਹੋਸ਼ਾ ਹੁਕਮੇ ਦਾਨਾ, ਦੂਜਾ ਨਾਹੀਂ ਅਵਰ ਧੜਾ। ਇੱਕ ਵਾਹਿਗੁਰੂ ਪਰਮਾਤਮਾ ਹੀ ਜੋ ਸਰਬ ਵਿਆਪਕ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਚਿੱਤ ਦੇ ਵਿੱਚ, ਚੇਤੇ ਦੇ ਵਿੱਚ ਰੱਖ ਕੇ ਚਲਾਉਣ ਵਾਲਾ ਹੈ। ਸਭ ਕੁਛ ਹੁਕਮੇ ਆਉਂਦਾ, ਸਭ ਕੁਛ ਹੁਕਮੇ ਜਾਏ, ਜੇ ਕੋ ਮੂਰਖ ਆਪੋ ਜਾਣੈ, ਅੰਧਾ ਅੰਧ ਕਮਾਏ, ਨਾਨਕ ਹੁਕਮ ਕੋ ਗੁਰਮੁਖ ਬੁੱਝੈ, ਜਿਸ ਨੂੰ ਕਿਰਪਾ ਕਰੇ ਰਜਾਏ। ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਗੁਰਮੁਖ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਪੌੜੀ ਦੇ ਅੰਦਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਜਗਤ ਅੰਦਰ ਕੋਈ ਗਰੀਬ ਹੈ, ਕੋਈ ਮਨੁੱਖ ਅਮੀਰ ਹੈ। ਕਿਸੇ ਨੇ ਪਰਮਾਤਮਾ ਦੀ ਬੰਦਗੀ ਨਾਲ ਜੀਵਨ ਦਾ ਸੰਬੰਧ ਜੋੜ ਲਿਆ ਅਤੇ ਕਿਸੇ ਨੇ ਪਰਮਾਤਮਾ ਦੀ ਹੋਂਦ ਤੋਂ ਹੀ ਇਨਕਾਰ ਕਰ ਦਿੱਤਾ ਹੈ। ਪਰ ਯਾਦ ਰੱਖਣਾ, ਧਾਰਮਿਕ ਸਾਧਨਾ ਇਹ ਗੱਲ ਕਹਿੰਦੀ ਹੈ ਕਿ ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਸ੍ਰਿਸ਼ਟੀ ਹੈ, ਸਮੂਚਲੇ ਸ੍ਰਿਸ਼ਟੀ ਦੇ ਜੀਵ, ਅਤੇ ਉਹ ਆਪਣੀ ਪੈਦਾ ਕੀਤੀ ਹੋਈ ਨਿਕਾਈ ਨੂੰ ਆਪਣੀ ਦ੍ਰਿਸ਼ਟੀ ਵਿੱਚ, ਯਾਦ ਸ਼ਕਤੀ ਵਿੱਚ ਸਦਾ ਰੱਖਦਾ ਹੈ ਅਤੇ ਆਪਣੇ ਨਿਗਾਹ ਦੇ ਵਿੱਚ ਰੱਖ ਕੇ ਸਾਰੇ ਸੰਸਾਰ ਨੂੰ ਉਹ ਚਲਾਉਣ ਵਾਲਾ ਹੈ। ਉਸ ਦੀ ਰਚਨਾ ਦੇ ਵਿੱਚ ਕਿਧਰੇ ਕੋਈ ਫਕੀਰ ਬਾਦਸ਼ਾਹ ਬਣ ਰਿਹਾ ਹੈ ਅਤੇ ਕੋਈ ਬਾਦਸ਼ਾਹ ਵਾਹਿਗੁਰੂ ਪਰਮਾਤਮਾ ਦੀ ਬਰਕਤ ਤੋਂ ਵਾਂਝਾ ਦਰ ਦਰ ਦੇ ਧੱਕੇ ਖਾਣ ਲਈ ਮਜਬੂਰ ਹੋ ਜਾਂਦਾ ਹੈ। ਸੋ ਆਓ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਇਸ ਪੁਆਇੰਟ 'ਤੇ ਵਿਚਾਰੀਏ, ਸੋਚੀਏ, ਜੀਵਨ ਨੂੰ ਜੋੜੀਏ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਸੋਚ ਹੋਵੈ ਤਾਂ ਸੱਚ ਪਾਈਐ। ਮਹਾਰਾਜ ਕਹਿੰਦੇ ਜੇ ਸੱਚ ਪੱਲੇ ਨਾ ਹੋਵੇ ਫਿਰ ਦਰ ਮੰਗਣ ਭਿੱਖ ਨਾ ਪਾਏਂਦਾ।
ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਗੁਰਮੁਖ ਵਿਦਵਾਨਾਂ ਦਾ, ਭਾਈ ਗੁਰਵਿੰਦਰ ਸਿੰਘ ਜੀ ਰਿਆੜ ਮੇਰੇ ਵੀਰ, ਬਹੁਤ ਬਹੁਤ ਸਭ ਦਾ ਧੰਨਵਾਦ। ਦਾਸ ਮਨਜੀਤ ਸਿੰਘ ਗੁਰੂ ਕੀ ਵਡਾਲੀ। ਵਾਹਿਗੁਰੂ ਜੀ ਕਾ ਖਾਲਸਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।